Welcome to today's edition of American Precinct 2. ਸਭ ਤੋਂ ਪਹਿਲਾਂ ਮੈਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਜੋ ਕਿ ਇੰਡੀਆ ਦੇ ਵਿੱਚ ਹੋ ਰਿਹਾ ਹੈਗਾ, ਜੋ ਵੀ ਘਟਨਾਵਾਂ ਵਾਪਰੀਆਂ ਉਹਦੇ ਉੱਤੇ ਮੈਂ ਜ਼ਰੂਰ ਟਿੱਪਣੀ ਕਰਨੀ ਚਾਹਾਂਗਾ ਕਿ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਗੌਰਮੈਂਟ ਦਾ ਪਹਿਲੇ ਦਿਨ ਤੋਂ ਹੀ ਇਹ ਜ਼ੋਰ ਲੱਗਾ ਆ ਕਿ ਅਸੀਂ ਇਹਨਾਂ ਨੂੰ ਸਿਰਫ ਤੇ ਸਿਰਫ ਸਿੱਖਾਂ ਦੀ ਮੂਵਮੈਂਟ ਬਣਾ ਦਈਏ, ਨਾ ਕਿ ਫਾਰਮਰਸ ਦੀ ਮੂਵਮੈਂਟ। ਪਹਿਲੀ ਗੱਲ। ਦੂਜੀ ਗੱਲ, ਇਹਨੂੰ ਸਿਰਫ ਪੰਜਾਬ ਨਾਲ ਜੋੜ ਦਈਏ, ਜਦ ਕਿ ਮੁੱਦਾ ਆ ਜਿਹੜਾ ਉਹ ਸਾਰੇ ਇੰਡੀਆ ਦਾ ਆ, ਇਕੱਲਾ ਪੰਜਾਬ ਦਾ ਨਹੀਂ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਮੂਹਰੇ ਹੋ ਕੇ ਇਸ ਚੀਜ਼ ਦੇ ਵਿੱਚ ਹਿੱਸਾ ਪਾਇਆ ਹੈਗਾ ਆ, ਜਿਵੇਂ ਕਿ ਹਮੇਸ਼ਾ ਹੀ ਹੁੰਦਾ ਆਇਆ ਹੈਗਾ ਆ। ਜਦ ਵੀ ਕਿਤੇ ਹਿੰਦੁਸਤਾਨ ਦੇ ਉੱਤੇ ਕੋਈ ਵੀ ਘਟਨਾ ਵਾਪਰੀ ਹੈ ਜਾਂ ਕਿਤੇ ਲੋੜ ਪਈ ਹੈਗੀ ਹੈ ਤਾਂ ਪੰਜਾਬੀ ਆ ਜਿਹੜੇ ਉਹ ਸਿਰ ਧੜ ਦੀ ਬਾਜੀ ਲਾ ਕੇ ਹਮੇਸ਼ਾ ਮੂਹਰੇ ਹੋਏ ਆ। ਔਰ ਇਸ ਵਕਤ ਵੀ ਜਿਹੜਾ ਸਮਾਂ ਆ ਉਹ ਇੱਦਾਂ ਦਾ ਸੀਗਾ ਸੀ ਕਿ ਇਸ ਇਸ਼ੂ ਦੇ ਉੱਤੇ ਕੋਈ ਵੀ ਹੋਰ ਨਹੀਂ ਸੀ ਸਟੈਂਡ ਲੈ ਰਿਹਾ, ਇਸ ਹਿਸਾਬ ਨਾਲ ਨਹੀਂ ਸੀ ਕੋਈ ਵੀ ਕਹਿ ਲਓ ਪਈ ਮੁੱਦੇ ਨੂੰ ਚੱਕ ਰਿਹਾ ਪਈ। ਅਲਟੀਮੇਟਲੀ ਪੰਜਾਬੀਆਂ ਦੇ ਉੱਤੇ ਜਦ ਇਹ ਭੀੜ ਆ ਕੇ ਬਣੀ ਹੈ ਤਾਂ ਪੰਜਾਬੀਆਂ ਨੇ ਇਸ ਚੀਜ਼ ਦਾ ਫੈਸਲਾ ਕੀਤਾ ਭਾਈ ਸਾਨੂੰ ਇਹ ਕਰਨਾ ਪੈਣਾ ਔਰ ਸਾਨੂੰ ਦਾਦ ਦੇਣੀ ਪੈਣੀ ਆ ਪਈ। ਇੰਨਾ ਉਕਸਾਉਣ ਦੇ ਬਾਵਜੂਦ ਵੀ ਜਿਹੜਾ ਓਵਰਆਲ ਜਿਹੜਾ ਮਾਹੌਲ ਆ ਉਹ ਤਣਾਅ ਜ਼ਰੂਰ ਰਿਹਾ ਆ, ਪਰ ਲੜਾਈ ਝਗੜੇ ਨਹੀਂ ਹੋਏ। ਜਿਹੜੇ ਹੋਏ ਹੈਗੇ ਉਹ ਗੌਰਮੈਂਟ ਦੀ ਇੰਟੈਂਟ ਸੀ। ਗੌਰਮੈਂਟ ਹੈ ਜਿਹੜੀ ਉਹ ਚਾਹੁੰਦੀ ਸੀ ਕਿ ਇੰਨਾ ਕੁ ਹੋਵੇ। ਗੌਰਮੈਂਟ ਦੇ ਬੰਦੇ ਆ ਜਿਹੜੇ ਵਿੱਚ ਜਿਹੜੇ ਸੀਗੇ ਸੀ ਉਹਨਾਂ ਨੇ ਇਹ ਕੰਮ ਕੀਤਾ ਹੈਗਾ। ਜਿਹੜੀਆਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਾਂਗਾ ਕਿ ਜਿਹੜੀਆਂ ਕਿ ਵੀ ਸ਼ੁੱਡ ਨੋ ਅਬਾਊਟ, ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਭਈ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਗਿਆ ਹੈਗਾ ਆ, ਜਾਂ ਕੀ ਉਹ ਹੋਣਾ ਚਾਹੀਦਾ ਸੀ? ਨਹੀਂ ਸੀ ਹੋਣਾ ਚਾਹੀਦਾ। ਪਰ ਜੇ ਹੋ ਗਿਆ ਤਾਂ ਉਹਦੇ 'ਚ ਕੋਈ ਇੰਨਾ ਨੁਕਸਾਨ ਵਾਲੀ ਗੱਲ ਨਹੀਂ ਹੈ, ਕਿਉਂਕਿ ਉਹਨਾਂ ਨੇ ਜਿਹੜਾ ਇੰਡੀਆ ਦਾ ਨੈਸ਼ਨਲ ਫਲੈਗ ਆ ਉਹਨੂੰ ਟੱਚ ਤੱਕ ਨਹੀਂ ਕੀਤਾ। ਇਨ ਦਾ ਮੀਨ ਟਾਈਮ ਤੁਸੀਂ ਕੁਛ ਇੱਕ ਜਿਹੜੇ ਸਟੇਟਸ ਆਪਣੀਆਂ BJP ਦੀਆਂ ਰੂਲਡ ਸਟੇਟਸ ਹੈਗੀਆਂ ਉੱਥੇ ਜਾ ਕੇ ਦੇਖ ਲਓ, ਉੱਥੇ ਨੈਸ਼ਨਲ ਫਲੈਗ ਆ ਜਿਹੜਾ ਉਹ ਥੱਲੇ ਆ ਤੇ BJP ਦਾ ਫਲੈਗ ਉੱਪਰ ਹੈਗਾ। ਮੇਰੇ ਕੋਲ ਸੋਸ਼ਲ ਮੀਡੀਆ ਦੇ ਵਿੱਚ ਪਿਕਚਰਾਂ ਹੈਗੀਆਂ ਆ, ਜੇ ਕਿਸੇ ਨੇ ਵੀ ਡਿਗ ਆਊਟ ਕਰਨੀਆਂ ਹੋਣ ਦੇ ਕੈਨ ਡੂ ਇਟ, ਫਾਈਂਡ ਇਟ ਆਊਟ ਕਿ ਵਾਕਈ ਇਹ ਚੀਜ਼ ਹੈਗੀ ਆ। ਦੂਜੀ ਗੱਲ ਇਹ ਆ ਕਿ ਜਦ ਤੁਸੀਂ ਉੱਪਰ ਜਾਂਦੇ ਹੋ ਜਿੱਥੇ ਉਹ ਨੈਸ਼ਨਲ ਫਲੈਗ ਹੈਗਾ, ਜੇ ਗੌਰਮੈਂਟ ਨੂੰ ਪਤਾ ਸੀ ਜੋ ਕਿ ਗੌਰਮੈਂਟ ਕਹਿ ਰਹੀ ਹੈਗੀ, ਔਰ ਜਿਹੜੇ ਕੁਛ ਇੱਕ ਬੰਦੇ ਜਿਹੜੇ ਕਿ ਗੌਰਮੈਂਟ ਦੇ ਠੇਕੇ ਦੇ ਉੱਤੇ ਹੇਕੇ ਦੇ ਉੱਤੇ ਇਹ ਗੱਲ ਕਹਿੰਦੇ ਸੀਗੇ ਸੀ ਵੀ ਜੀ ਅਸੀਂ ਇਹ ਕੰਮ ਕਰਨਾ, ਔਰ ਉਹਨਾਂ ਨੇ ਕੀਤਾ ਵੀ ਜੀ ਅਸੀਂ ਕੀਤਾ ਹੈਗਾ, ਉਹ ਬੰਦੇ ਆ ਜਿਹੜੇ ਜਦ ਗੌਰਮੈਂਟ ਨੂੰ ਪਤਾ ਹੋਵੇ ਤਾਂ ਗੌਰਮੈਂਟ ਹੈ ਜਿਹੜੀ ਉਹ ਸਟੈਪ ਲੈਂਦੀ ਆ ਸਿਕਿਉਰਿਟੀ ਦੇ। ਪਰ ਕੀ ਉਹ ਗੌਰਮੈਂਟ ਨੇ ਸਿਕਿਉਰਿਟੀ ਦੇ ਸਟੈਪ ਲਏ? ਬਿਲਕੁਲ ਨਹੀਂ ਲਏ। ਕਿਉਂ ਨਹੀਂ ਲਏ? ਉਹਦਾ ਜਿਹੜਾ ਕਾਰਨ ਹੈਗਾ ਆ ਉਹ ਕਾਰਨ ਇਹੀ ਆ ਕਿ ਗੌਰਮੈਂਟ ਦੀ ਮਿਲੀ ਭੁਗਤ ਸੀ। ਉਹ ਗੌਰਮੈਂਟ ਚਾਹੁੰਦੀ ਸੀ ਕਿ ਸਾਡੇ ਬੰਦੇ ਇਹਨਾਂ ਨੂੰ ਜਾ ਕੇ ਕਰ ਰਹੇ, ਅਸੀਂ ਉਸ ਚੀਜ਼ ਦਾ ਕਿੱਦਾਂ ਫਿਰ ਉਹਨੂੰ ਅਸੀਂ ਮੀਡੀਆ ਦੇ ਵਿੱਚ ਪ੍ਰਸਾਰਿਤ ਕਰਕੇ ਤਾਂ ਉਸ ਚੀਜ਼ ਦਾ ਫਾਇਦਾ ਲੈਣਾ। that was the whole pretext to it। ਤੇ ਇਹਦੇ ਵਿੱਚ ਔਰ ਯੈਸ, ਕੋਈ ਵੀ ਤੁਸੀਂ ਲੜਾਈ ਦੇਖ ਲਓ, ਜਿਹੜਾ ਝੂਠ ਹੁੰਦਾ ਨਾ ਸ਼ੁਰੂ ਦੇ ਵਿੱਚ ਝੂਠ ਹੈ ਜਿਹੜਾ ਹਮੇਸ਼ਾ ਹੀ ਸੱਚ ਨਾਲੋਂ ਅੱਗੇ ਹੁੰਦਾ, ਪਰ ਅਲਟੀਮੇਟਲੀ ਆ ਜਿਹੜੀ ਅਖੀਰ ਦੇ ਵਿੱਚ ਜਿਹੜੀ ਜਿੱਤ ਆ ਉਹ ਸੱਚ ਦੀ ਹੁੰਦੀ ਆ। ਸੱਚ ਆ ਜਿਹੜਾ ਉਹ ਸਾਹਮਣੇ ਆਉਣ ਨੂੰ ਟਾਈਮ ਲੱਗਦਾ, ਹੌਲੀ ਹੌਲੀ ਹੁਣ ਸੱਚ ਸਾਹਮਣੇ ਆਉਣ ਲੱਗ ਪਿਆ। ਔਰ ਮੈਂ ਧੰਨਵਾਦੀ ਹਾਂ ਕੁਛ ਇੱਕ ਉਹਨਾਂ ਬੰਦਿਆਂ ਦਾ ਜਿਹੜੇ ਕਿ ਬੁੱਧੀਜੀਵੀ ਜਿਹੜੇ ਕਿ ਇਸ ਚੀਜ਼ ਨੂੰ ਪ੍ਰੋਪਰਲੀ ਫੋਲੋ ਅਪ ਕਰਕੇ ਤਾਂ ਉਹ ਮੀਡੀਆ ਦੇ ਉੱਤੇ ਪਾਈ ਜਾ ਰਹੇ ਹੈਗੇ ਆ, ਦੱਸੀ ਜਾ ਰਹੇ ਹੈਗੇ ਆ। ਔਰ ਇਸ ਦੇ ਨਾਲ ਹੀ ਉਹ ਇਨਸਾਨ ਜਿਹੜੇ ਉਹ ਮੇਰੇ ਭੈਣਾਂ ਭਰਾ ਬਜ਼ੁਰਗ ਮਾਤਾਵਾਂ ਉੱਥੇ ਬੈਠੀਆਂ, ਉਹ ਇਸ ਚੀਜ਼ ਦੇ ਉੱਤੇ ਪਹਿਰਾ ਦੇ ਰਹੇ ਸ਼ਾਂਤੀਪੂਰਵਕ। ਮੈਂ ਕੱਲ ਲਿਸਟ ਤਿਆਰ ਹੋਈ ਹੈਗੀ ਆ ਜਿਹੜੀ FIR ਦਰਜ ਕੀਤੀਆਂ, I was going through it। ਔਰ ਇੱਕ ਬੰਦਾ ਹੈ ਜਿਹੜਾ 80 ਸਾਲ ਦਾ ਬਜ਼ੁਰਗ ਹੈ ਜਿਹਦੇ ਉੱਤੇ FIR ਹੈਗੀ ਆ, ਉਹ ਡਿੱਗ ਕਰਕੇ ਦੇਖ ਲਓ। ਮੈਂ ਪੂਰੀ ਲਿਸਟ ਨਹੀਂ ਪੜ੍ਹੀ, ਪਰ ਮੈਂ I was looking at it, scrolling through it just to take a glance at it। ਔਰ ਉਸ ਦੇ ਨਾਲ ਉਹ ਪਤਾ ਲੱਗਾ ਵੀ ਇੱਕ 80 ਸਾਲ ਦੇ ਬੰਦੇ ਦੇ ਉੱਤੇ FIR ਦਰਜ ਹੋਈ ਹੈ। ਹੁਣ 80 ਸਾਲ ਦਾ ਇਹ ਬੰਦੇ ਦੇ ਉੱਤੇ FIR ਦਰਜ ਕਰਨੀ ਫॉर what? ਔਰ ਹੈਰਾਨਗੀ ਦੀ ਗੱਲ ਹੈ ਜਿਹੜੀ ਮੇਰੇ ਵਾਸਤੇ ਜ਼ਿਆਦਾ ਹੈਰਾਨਗੀ ਦੀ ਗੱਲ ਹੁੰਦੀ ਹੈਗੀ ਆ
ਕਿ 1984 ਦੇ ਵਿੱਚ ਦੰਗੇ ਹੋਏ, ਜਿਹੜੀਆਂ ਉਦੋਂ ਦੀਆਂ FIR ਦਰਜ ਹੋਈਆਂ, ਸਭ ਕੁਝ ਹੋਇਆ, ਉਹਨਾਂ ਦੇ ਉੱਤੇ ਕੋਈ ਬਹੁਤੀ ਕਾਰਵਾਈ ਨਹੀਂ ਹੋਈ ਹੈ। ਔਰ ਹੁਣ ਆ ਜਿਹੜੀ ਗੌਰਮੈਂਟ ਹੈ, ਜਿਹੜੀ ਇੱਕ ਨਵਾਂ ਸ਼ੋਸ਼ਾ ਛੱਡ ਕੇ ਔਰ FIR ਜਿਹੜੀਆਂ ਦਰਜ ਕਰ ਰਹੀਆਂ ਹੈਗੀਆਂ। ਔਰ ਇਸ ਮੂਵਮੈਂਟ ਨੂੰ ਨਾਂ ਆ ਜਿਹੜਾ ਉਹ ਸਿਰਫ ਇੱਕ ਇਹਦੇ ਪੰਜਾਬ ਮੂਵਮੈਂਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਜਦ ਕਿ ਇਹ ਮੂਵਮੈਂਟ ਹੈ ਜਿਹੜੀ ਇਹ ਪੰਜਾਬ ਦੀ ਮੂਵਮੈਂਟ ਨਹੀਂ ਹੈ। ਇਹ ਮੂਵਮੈਂਟ ਕਿਸਾਨਾਂ ਦੀ ਮੂਵਮੈਂਟ ਆ, ਔਰ ਕਿਸਾਨ ਆ ਜਿਹੜੇ ਉਹ ਸਾਰੇ ਇੰਡੀਆ ਦੇ ਕਿਸਾਨਾਂ ਦੀ ਮੂਵਮੈਂਟ ਆ। ਔਰ ਹੌਲੀ ਹੌਲੀ ਹੁਣ ਯੂਪੀ ਤੋਂ ਕਿਸਾਨ ਆ ਗਏ ਆ। ਆਪਣਾ ਤਕੇਤ ਦੀਆਂ ਜਿਹੜੀਆਂ ਸਟੇਟਮੈਂਟਸ ਹੈਗੀਆਂ, ਜੇ ਉਹਨਾਂ ਨੂੰ ਤੁਸੀਂ ਸੁਣੋ ਔਰ ਉਹਨਾਂ ਨੂੰ ਪੜ੍ਹੋ ਤੁਸੀਂ, ਤਾਂ ਉੱਥੋਂ ਪਤਾ ਲੱਗਦਾ ਹੈਗਾ ਆ ਕਿ BJP ਦੇ ਕਿਸਾਨ ਵੀ ਇਸ ਵੇਲੇ ਪੂਰੇ ਮੋਬਿਲਾਈਜ਼ ਹੋ ਚੁੱਕੇ ਆ। ਰਾਜਸਥਾਨ ਦੇ ਪਹਿਲਾਂ ਹੋਏ ਸੀ, ਗੁਜਰਾਤ ਦੇ ਹੋ ਰਹੇ ਹੈਗੇ ਆ। ਤੇ ਉੱਥੋਂ ਕਹਿਣ ਦਾ ਭਾਵ ਅਰਥ ਇਹ ਆ ਕਿ ਮੂਵਮੈਂਟ ਆ ਜਿਹੜੀ ਉਹ ਇਕੱਲੀ ਪੰਜਾਬ ਦੀ ਨਹੀਂ ਹੈ। ਪਹਿਲਾਂ ਪੰਜਾਬ ਹਰਿਆਣੇ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ, ਉਹ ਨਹਿਰੀ ਮਸਲਾ ਲਿਆ ਕੇ ਉਹਨੂੰ ਦੁਬਾਰਾ ਪਾੜਨ ਦੀ ਕੋਸ਼ਿਸ਼ ਕੀਤੀ, ਗੌਰਮੈਂਟ ਉਹ 'ਚ ਨਹੀਂ ਕਾਮਯਾਬ ਹੋਈ। ਫਿਰ ਪੰਜਾਬ ਹਰਿਆਣੇ ਦੇ ਵਿੱਚ ਦੁਫਾੜ ਪਾਉਣ 'ਚ ਜਦੋਂ ਕਾਮਯਾਬ ਨਹੀਂ ਹੋਏ, ਫਿਰ ਉਹਨਾਂ ਨੇ ਦੂਜਾ ਰਾਹ ਲੱਭਿਆ ਵੀ ਇਹਨੂੰ ਅਸੀਂ ਇਕੱਲੀ ਪੰਜਾਬ ਦੀ ਮੂਵਮੈਂਟ ਦਾ ਨਾਂ ਦੇ ਦਈਏ, ਟੈਰੋਰਿਸਟ ਆਰਗੇਨਾਈਜੇਸ਼ਨ ਦੇ ਦਈਏ, ਖਾਲਿਸਤਾਨੀਆਂ ਦਾ ਅਸੀਂ ਨਾਲ ਦੇ ਦਈਏ। ਔਰ ਜਿਹੜੇ ਘੁਸਪੈਠੀਏ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੈਗੇ ਆ, ਜਿਨ੍ਹਾਂ ਨੂੰ ਗੌਰਮੈਂਟ ਪੇ ਕਰਦੀ ਵੀ ਉਹਨੇ ਕੀ ਕਰਨਾ ਹੈਗਾ, ਨੈਚੁਰਲੀ ਉਹਨਾਂ ਸਟੇਟਮੈਂਟ ਦੇਣੀਆਂ, ਉਹਨਾਂ ਨੇ ਆਪਣੇ ਝੰਡੇ ਵੀ ਚਲਾਉਣੇ, ਸਭ ਕੁਝ ਕਰਨਾ ਹੈਗਾ। ਔਰ ਉਸ ਦਾ ਜਿਹੜਾ ਨਤੀਜਾ ਆ ਉਹ ਇਹ ਨਿਕਲਦਾ ਹੈਗਾ ਅਲਟੀਮੇਟਲੀ ਭਈ ਉਹ ਗੌਰਮੈਂਟ ਆ ਜਿਹੜੀ ਸੂਨਰ ਔਰ ਲੇਟਰ ਇਸ ਚੀਜ਼ ਵਾਸਤੇ ਰਿਸਪੌਂਸੀਬਲ ਹੁੰਦੀ ਆ। ਪਰ ਹੁਣ ਕਿਉਂਕਿ ਪੋਲੀਟਿਕਸ ਆ ਜਿਹੜਾ ਇੱਕ ਐਸੀ ਚੀਜ਼ ਆ ਕਿ ਪੋਲੀਟੀਕਲੀ ਜਿਹੜਾ ਪਾਵਰ 'ਚ ਬੈਠਾ ਉਹਨੇ ਇੰਪਲੀਮੈਂਟ ਕਰਨਾ ਹੁੰਦਾ। ਔਰ ਉਹ ਕੌਣ ਆ? ਉਹ ਇਸ ਵੇਲੇ ਗੌਰਮੈਂਟ ਜਿਹੜੀ ਹੈਗੀ ਬੈਠੀ ਹੈਗੀ ਆ, ਉਹਨਾਂ ਕੋਲ ਐਬਸੋਲੂਟ ਮੈਜੋਰਟੀ ਆ। ਇਹ ਨਹੀਂ ਵੀ ਹਾਂ ਬਈ ਆਪੋਜੀਸ਼ਨ ਇੰਨੀ ਸਟਰੋਂਗ ਹੈਗੀ ਆ ਵੀ ਉਹ ਕਰ ਸਕਦੇ ਹੈਗੇ ਆ। ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਆਪਣੀ ਇਸ ਵੇਲੇ ਐਬਸੋਲੂਟ ਮੈਜੋਰਟੀ ਆ, ਉਸ ਐਬਸੋਲੂਟ ਮੈਜੋਰਟੀ ਦਾ ਪੂਰਾ ਫਾਇਦਾ ਉਠਾ ਰਹੇ ਹੈਗੇ ਆ। ਔਰ ਉਸ ਫਾਇਦੇ ਦੇ ਵਿੱਚ ਉਹ ਅਲਟੀਮੇਟਲੀ ਮੁਲਕ ਦਾ ਨੁਕਸਾਨ ਕਰ ਰਹੇ ਹੈਗੇ। ਜਿਹੜਾ ਇੰਟਰਨੈਟ ਬੰਦ ਕਰਨੀ, ਜੇ ਗੌਰਮੈਂਟ ਇੰਨੀ ਸੱਚੀ ਆ, ਜੇ ਗੌਰਮੈਂਟ ਇਹ ਸਮਝਦੀ ਆ ਵੀ ਇਹ ਜੋ ਕੁਛ ਹੋ ਰਿਹਾ ਹੈਗਾ, ਇਹ ਜਿਹੜੇ ਉਹ ਆਨਸਰ ਹੈ, ਜਿਹੜੇ ਦੇਸ਼ ਧਰੋਹੀ ਆਨਸਰ ਉਹ ਕਰ ਰਹੇ ਹੈਗੇ ਆ, ਤਾਂ ਗੌਰਮੈਂਟ ਨੂੰ ਤੁਹਾਡੇ ਸੈੱਲ ਫੋਨ, ਇੰਟਰਨੈਟ ਸਾਰਾ ਕੁਝ ਸਸਪੈਂਡ ਕਰਨ ਦੀ ਕੀ ਲੋੜ ਪਈ ਹੈ? ਗੌਰਮੈਂਟ ਨੂੰ ਤਾਂ ਚਾਹੀਦਾ ਹੈ ਵੀ ਭਾਈ ਪਤਾ ਲੱਗੇ ਲੋਕਾਂ ਕੋਲ, ਜਿਹੜਾ ਮੀਡੀਆ ਜਾਂਦਾ ਮੀਡੀਆ ਤੋਂ ਪਤਾ ਲੱਗੇ। ਨਹੀਂ, ਕਿਉਂਕਿ ਗੌਰਮੈਂਟ ਹੈ ਜਿਹੜੀ ਉਹ ਮੀਡੀਆ ਨੂੰ ਸਿਰਫ ਆਪਣੇ ਕੋਲ ਰੱਖ ਕੇ ਆਪਣਾ ਜਿਹੜੀ ਵਰਸ਼ਨ ਉਹ ਦੇਣੀ ਚਾਹੁੰਦੀ ਆ। ਦੂਜੀ ਵਰਸ਼ਨ ਹੈ ਜਿਹੜੀ ਨਾ ਮੀਡੀਆ ਤੇ ਜਾਵੇ, ਨਾ ਸ਼ੇਅਰ ਹੋਵੇ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਗੌਰਮੈਂਟ ਹੈ ਜਿਹੜੀ ਉਹ ਸਭ ਕੁਝ ਕਰ ਰਹੀ ਹੈਗੀ। ਔਰ ਇੱਥੋਂ ਤੱਕ ਵੀ ਪਤਾ ਲੱਗ ਰਿਹਾ ਹੈਗਾ ਕਿ ਗੌਰਮੈਂਟ ਹੈ ਜਿਹੜੀ ਉਹ ਪੂਰੀ ਤਿਆਰੀ ਕਰ ਰਹੀ ਹੈਗੀ ਆ ਵੀ ਸੂਨਰ ਔਰ ਲੇਟਰ ਹੈ ਜਿਹੜਾ ਭਈ ਪੈਰਾਮਿਲਟਰੀ ਫੋਰਸਿਸ ਨੂੰ ਸੱਦ ਕੇ ਤੇ ਆਰਮੀ ਨੂੰ ਸੱਦ ਕੇ ਤਾਂ ਆਪਣੇ ਹੀ ਦੇਸ਼ੀਆਂ ਜਿਹੜੇ ਦੇਸ਼ ਦੇ ਬੰਦੇ ਹੈਗੇ ਆ, ਆਪਣੇ ਹੀ ਜਿਹੜੇ ਨਾਗਰਿਕ ਆ, ਉਹਨਾਂ ਦੇ ਉੱਤੇ ਇੱਕ ਵਾਰੀ ਫੇਰ ਅਟੈਕ ਕਰਵਾਇਆ ਜਾਵੇ ਔਰ ਉਹਨਾਂ ਨੂੰ ਫੇਰ ਮਾਰ ਤਾੜ ਕੀਤੀ ਜਾਵੇ। ਔਰ ਇਸ ਚੀਜ਼ ਦਾ ਜਿਹੜਾ ਨਤੀਜਾ ਹੁੰਦਾ ਆ ਲੌਂਗ ਟਰਮ ਦੇ ਵਿੱਚ, ਇਹ ਸਾਨੂੰ ਸਮਝਣ ਦੀ ਲੋੜ ਆ ਕਿ ਇਹਦਾ ਨੁਕਸਾਨ ਹੋਣਾ। ਸਾਡੇ ਜਿਹੜੇ ਨਾਲ ਦੇ ਦੋ ਮੁਲਕ ਲੱਗਦੇ ਉਹ ਸਾਡੇ ਹਮੈਤੀ ਨਹੀਂ ਹੈ। ਉਹਨਾਂ ਨੇ ਜਦ ਵੀ ਮੌਕਾ ਦੇਖਿਆ ਉਹਨਾਂ ਨੇ ਉਸ ਚੀਜ਼ ਦਾ ਲਾਭ ਉਠਾਉਣਾ। ਔਰ ਗੌਰਮੈਂਟ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ, ਕੋਈ ਵੀ ਚੀਜ਼ ਹੈ ਜਿਹੜੀ ਬਾਹਰੋਂ ਤਦ ਅਟੈਕ ਹੁੰਦੇ ਆ ਜੇ ਤੁਸੀਂ ਅੰਦਰੋਂ ਕਮਜ਼ੋਰ ਹੋਵੋ। ਔਰ ਅੱਜ ਦੀ ਡੇਟ ਦੇ ਵਿੱਚ ਗੌਰਮੈਂਟ ਦਾ ਪੂਰਾ ਜ਼ੋਰ ਲੱਗਾ ਕਿ ਗੌਰਮੈਂਟ ਇੱਕ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਖਾਤਰ ਉਹ ਸਾਰਾ ਹੀ ਮੁਲਕ ਕਮਜ਼ੋਰ ਕਰ ਰਹੇ ਆ। ਉਹ ਸਾਰੀ ਹੀ ਜਿਹੜੀਆਂ ਹੈਗੀਆਂ ਆ ਚਾਲਾਂ ਚੱਲ ਰਹੇ, ਉਹ ਇਸ ਹਿਸਾਬ ਨਾਲ ਚੱਲ ਰਹੇ ਹੈਗੇ ਆ ਕਿ ਇਹਨਾਂ ਨਾਲ ਅਸੀਂ ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ ਤੇ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਤੇ ਪੰਜਾਬੀਆਂ ਨੂੰ ਆਮ ਤੌਰ ਦੇ ਉੱਤੇ ਅਸੀਂ ਕਰ ਦਈਏ, ਇਹਨਾਂ ਨੂੰ ਬਦਨਾਮ ਕਰ ਦਈਏ ਤਾਂ ਕਿ ਇਹਨਾਂ ਦਾ ਕੋਈ ਵਜੂਦ ਨਾ ਰਹੇ। ਔਰ ਇਹ ਚੀਜ਼ ਹੈ ਜਿਹੜੀ ਇਹ ਇੱਕ ਮੇਰਾ ਖਿਆਲ ਹੈ ਕਿ ਹਿਸਟੋਰੀਕਲੀ ਅੰਡਰਸਟੈਂਡ ਕਰ ਲੈਣੀ ਚਾਹੀਦੀ ਆ ਕਿ ਬਹੁਤ ਤਾਕਤਾਂ ਆਈਆਂ ਜਿਨ੍ਹਾਂ ਨੇ ਇਹ ਵਜੂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਇਹ ਵਜੂਦ ਆ ਜਿਹੜਾ ਇਹ ਖਤਮ ਨਹੀਂ ਹੋਇਆ, ਬਰਕਰਾਰ ਰਿਹਾ। ਔਰ ਉਹ ਵਜੂਦ ਆ ਜਿਹੜਾ ਉਹ ਉੱਥੇ ਦਾ ਜਿਹੜਾ ਪਾਣੀ ਆ, ਉੱਥੇ ਦੀ ਜਿਹੜੀ ਹਵਾ ਹੈ, ਜੋ ਕਿ ਗੌਰਮੈਂਟ ਦੇ ਹੱਥ ਵੱਸ ਨਹੀਂ ਚੇਂਜ ਕਰਨੀ, ਉਹ ਜਿਹੜੀਆਂ ਆ ਉੱਥੇ ਦਾ ਪਾਣੀ ਤੇ ਹਵਾ ਹੈ ਜਿਹੜਾ ਉਹ ਸਾਨੂੰ ਇੱਕ
ਸਾਡੇ ਖੂਨ ਦੇ ਵਿੱਚ ਇੱਕ ਜਜ਼ਬਾ ਭਰਦਾ ਆ ਵੀ ਕਿੱਦਾਂ ਤੁਸੀਂ ਬਰਾਬਰਤਾ ਦੇ ਨਾਲ, ਸਹਿਣਸ਼ੀਲਤਾ ਦੇ ਨਾਲ ਤੇ ਇਕੁਐਲਿਟੀ ਦੇ ਨਾਲ ਜੀਣਾ ਆ ਔਰ ਰਹਿਣਾ ਆ, ਔਰ ਇੱਕ ਦੂਜੇ ਦੀ ਰਿਸਪੈਕਟ ਵੀ ਕਰਨੀ ਹੈਗੀ। ਇਹ ਜਿਹੜੀਆਂ ਚੀਜ਼ਾਂ ਇਹ ਬਹੁਤ ਜ਼ਰੂਰੀ ਚੀਜ਼ਾਂ ਹੈਗੀਆਂ ਸਮਝਣ ਵਾਲੀਆਂ, ਕਿਉਂਕਿ ਇੱਕ ਨਾ ਜਿਹੜਾ ਇਹ ਜ਼ੋਰ ਲੱਗਾ ਆ ਵੀ ਇੰਡੀਆ ਨੂੰ ਅਸੀਂ ਇੱਕ ਹਿੰਦੂ ਰਾਸ਼ਟਰ ਬਣਾ ਦਈਏ, ਇਹ ਬੜੀ ਗਲਤ ਜਿਹੀ ਸੋਚ ਹੈਗੀ ਆ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਆ ਵੀ ਮੈਂ ਇੱਥੇ ਅਮਰੀਕਾ 'ਚ ਬੈਠਾ, ਅਮਰੀਕਾ ਦੇ ਵਿੱਚ ਜਿਹੜੇ ਬੀਜੇਪੀ ਦੇ ਬੰਦੇ ਹੈਗੇ ਆ ਉਹ ਇਸ ਵੇਲੇ ਇੰਨੇ ਕੁ ਜਦੋਂ ਦਾ ਆਪਣਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਏ ਹੈਗੇ ਆ, ਇੰਨਾ ਕੁ ਉਦੋਂ ਦੇ ਇਹ ਜਿਹਨੂੰ ਪੰਜਾਬੀ ਠੇਠ ਪੰਜਾਬੀ ਜਿਹੜੇ ਕਹਿੰਦੇ ਪੂਤਰੇ ਹੋ ਗਏ ਹੈਗੇ ਆ ਭਈ ਉਹ ਦੂਜੇ ਨੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਣ ਨੂੰ ਤਿਆਰ। ਔਰ ਮਜ਼ੇ ਦੀ ਗੱਲ ਇਹ ਆ ਕਿ ਉਹ ਇੱਥੇ ਅਮਰੀਕਾ ਦੇ ਵਿੱਚ ਆ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਇੱਥੋਂ ਦੀਆਂ ਸਹੂਲਤਾਵਾਂ, ਇੱਥੋਂ ਦੇ ਕਮਾਈਆਂ ਔਰ ਇਹਨਾਂ ਦੇ ਜਿਹੜੇ ਇੱਥੋਂ ਦੇ ਜਿਹੜੇ ਵਾਤਾਵਰਣ ਦੇ ਵਿੱਚ ਰਹਿ ਕੇ ਜੋ ਕੁਛ ਇੱਥੋਂ ਸਿੱਖਿਆ ਹੈਗਾ ਆ, ਉਸ ਚੀਜ਼ ਨੂੰ ਲੈ ਕੇ ਉਹਨੂੰ ਅੰਡਰਸਟੈਂਡ ਕਰਕੇ ਇੱਕ ਇਨਕਲੂਸਿਵ ਕੰਟਰੀ ਬਣਾਉਣ ਦੀ ਬਜਾਏ ਇੱਕ ਉਹਨੂੰ ਐਕਸਕਲੂਸਿਵ ਕੰਟਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਔਰ ਇਹਨਾਂ ਨੂੰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਵੀ ਇਹਨਾਂ ਨੇ ਉਸ ਮੁਲਕ ਨੂੰ ਐਕਸਕਲੂਸਿਵ ਮੁਲਕ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਮੁਲਕ ਐਂਡਡ ਅਪ ਬੀਇੰਗ ਅੰਡਰ ਸਮ ਫੋਰਨਰ ਰੂਲਸ, ਗੁਲਾਮ ਬਣਿਆ ਉਹ ਮੁਲਕ। ਔਰ ਉਹ ਮੁਲਕ ਗੁਲਾਮ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਔਰ ਉਹਨੂੰ ਉਸ ਮੁਲਕ ਦੀ ਜਿਹੜੀ ਹੈਸੀਅਤ ਆ ਉਹਨੂੰ ਉੱਥੇ ਰੱਖਣ ਵਾਸਤੇ ਜਿੱਥੇ ਉਹ ਚਾਹੀਦੀ ਆ। ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਜਿਹੜੀ ਸੇਨ ਡਿਸਕਸ਼ਨ ਆ ਉਹਦੇ ਉੱਤੇ ਆਈਏ। ਲੈਟ ਅਸ ਸਿਟ ਔਨ ਦਾ ਟੇਬਲ, ਲੈਟਸ ਕਨਕਲੂਡ what the issues are. The issue should be redressed। ਜੇ ਜਿਹੜੇ ਸਨਅਤਕਾਰ ਹੈਗੇ ਆ, ਜਿਹੜੇ ਬਿਜ਼ਨਸਮੈਨ ਹੈਗੇ ਆ ਜੀ, ਉਹਨਾਂ ਨੂੰ ਗੌਰਮੈਂਟ ਆ ਜਿਹੜੀ ਉਹ ਪਰਸ ਖੋਲ ਕੇ ਜਿੰਨਾ ਉਹ ਚਾਹੁੰਦੇ ਆ ਦੇ ਸਕਦੀ ਆ, ਤਾਂ ਫਾਰਮਰ ਜਿਹੜਾ ਕਿ ਤੁਹਾਡਾ ਬੇਸ ਆ ਉਸ ਨੂੰ ਗੌਰਮੈਂਟ ਬਰਾਬਰ ਦਾ ਹੱਕ ਦੇਣ ਤੋਂ ਕਿਉਂ ਹਿਚਕਚਾ ਰਹੀ ਆ, ਇਹ ਸਾਨੂੰ ਸਮਝਣ ਦੀ ਲੋੜ ਆ। ਔਰ ਗੌਰਮੈਂਟ ਨੂੰ ਵੀ ਇੱਕ ਇਹ ਚੀਜ਼ ਆ ਜਿਹੜੀ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਬਰਾਬਰ ਰਹਾਂਗੇ, ਹੱਕ ਸੁਣਾਂਗੇ, ਉਹਨਾਂ ਦੀਆਂ ਜ਼ਰੂਰਤਾਂ ਨੂੰ ਸੁਣਾਂਗੇ, ਉਹਨਾਂ ਨੂੰ ਹੱਕ ਦੇਵਾਂਗੇ ਤਾਂ ਠੀਕ ਰਹਾਂਗੇ। ਬਜਾਏ ਇਸ ਚੀਜ਼ ਦੇ ਕਿ ਜਿਹੜੇ ਗੌਰਮੈਂਟ ਦੇ ਬਣਾਏ ਕਮਿਸ਼ਨ ਆ ਉਹਨਾਂ ਦੀਆਂ ਰਿਪੋਰਟਸ ਨੂੰ ਫਾਈਲਾਂ ਦੇ ਥੱਲੇ ਦੱਬਣ ਦੀ ਬਜਾਏ ਉਹਨਾਂ ਆਪਣੀਆਂ ਰਿਪੋਰਟਸ ਦੇ ਉੱਤੇ ਇੰਪਲੀਮੈਂਟੇਸ਼ਨ ਕਰੋ। ਇੰਪਲੀਮੈਂਟੇਸ਼ਨ ਸਲੋ ਕਰ ਲਓ, ਕੋਈ ਚੱਕਰ ਨਹੀਂ ਹੈ, ਕਿਉਂਕਿ ਹਰ ਚੀਜ਼ ਇੰਪਲੀਮੈਂਟ ਕਰਨੇ ਟਾਈਮ ਲੱਗਦਾ। ਪਰ ਐਟ ਦਾ ਸੇਮ ਟਾਈਮ ਇਹ ਨਹੀਂ ਹੋਣਾ ਚਾਹੀਦਾ ਵੀ ਰਿਪੋਰਟ ਆਈ ਹੈ ਜਿਹੜੀ ਜੇ ਗੌਰਮੈਂਟ ਨੂੰ ਪਸੰਦ ਨਹੀਂ, ਉਹ ਜਿਹੜੇ ਸਨਅਤਕਾਰ ਹੈ ਜੇ ਉਹਨਾਂ ਨੂੰ ਪਸੰਦ ਨਹੀਂ, ਤਾਂ ਉਹ ਰਿਪੋਰਟ ਹੈ ਜਿਹੜੀ ਲਾਂਭੇ ਕਰ ਦਿਓ। ਜ਼ਿਮੀਂਦਾਰ ਤਬਕਾ ਜਿਹੜਾ ਉਹਨੂੰ ਤੁਸੀਂ ਪੈਰਾਂ ਥੱਲੇ ਕੁਚਲ ਦਿਓ ਔਰ ਲਾਠੀਆਂ ਦੇ ਨਾਲ ਉਹਨਾਂ ਦੇ ਸਿਰ ਪਾੜ ਦਿਓ। ਇਹ ਕੋਈ ਚੰਗੀ ਗੱਲ ਨਹੀਂ ਹੈ, ਨਾ ਗੌਰਮੈਂਟ ਵਾਸਤੇ ਹੈਗੀ ਆ ਤੇ ਨਾ ਹੀ ਜਿਹੜੇ ਅੱਗੇ ਹੋ ਕੇ ਉਹ ਗੌਰਮੈਂਟ ਦਾ ਵਜੂਦ ਆ ਜਿਹੜਾ ਉਹਨੂੰ ਬਰਕਰਾਰ ਰੱਖਣ ਵਾਸਤੇ ਇਹ ਚੀਜ਼ਾਂ ਇੰਪਲੀਮੈਂਟ ਕਰਦੇ ਹੈਗੇ ਆ ਉਹਨਾਂ ਵਾਸਤੇ ਆ। ਆਓ ਇੱਕ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ we'll continue। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 909240
7272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਈਸਟ ਕੋਸਟ ਦੀ ਸ਼ਾਨਦਾਰ ਅਤੇ ਪੁਰਾਣੀ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਨਸਿਲਵੇਨੀਆ, ਓਹਾਇਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਕ ਐਂਡ ਫੋਰਥ ਲੋਡ, ਡੈਡੀਕੇਟਡ ਰਨ ਅਤੇ ਹੁਕਅਪ ਡ੍ਰੌਪ-ਅਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰ ਵੀਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰ ਵੀਰਾਂ ਨੂੰ $25 ਪ੍ਰਤੀ ਘੰਟਾ। 5 ਸਟੇਟਾਂ ਵਿੱਚ ਲੋਕਲ ਕੰਮ ਕਰਨ ਵਾਸਤੇ ਡਰਾਈਵਰ ਵੀ ਸੰਪਰਕ ਕਰਨ। ਕਾਲ ਹੈਪੀ ਟਿੱਬੀ 6099474777। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫਿਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਗਲੋਬਲ ਫਰਾਈਟ ਕਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ। ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli. P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ट्री रोड, इस्लिन, न्यू जर्सी। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ट्री रोड, इस्लिन, न्यू जर्सी। ਵੈਲਕਮ ਬੈਕ ਟੂ ਅਮਰੀਕਨ ਪੋਲਿਟਿਕਸ। ਹੁਣ ਆਪਾਂ ਇੰਡੀਆ ਦੇ ਵਿੱਚ ਫਾਰਮਰ ਤੇ ਜੋ ਕੁਝ ਹੋ ਰਿਹਾ ਹੈਗਾ ਉਹਦੀ ਗੱਲਬਾਤ ਕੀਤੀ ਆ, ਤੇ ਹੁਣ ਅਸੀਂ ਆਈਏ ਜੋ ਅਮਰੀਕਾ ਦੀ ਧਰਤੀ ਦੇ ਉੱਤੇ ਹੋ ਰਿਹਾ ਹੈਗਾ ਆ। ਜਿਹੜੀ ਵੈਕਸੀਨੇਸ਼ਨ ਦੀ ਰੋਲ ਆਊਟ ਹੈਗੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਅੱਗੇ ਨਾਲੋਂ ਬੈਟਰ ਹੋ ਰਹੀ ਹੈਗੀ ਆ, ਪਰ ਅਫਸੋਸ ਦੀ ਗੱਲ ਇਹ ਆ ਕਿ ਮਾਈਨੋਰਟੀਜ਼ ਆ ਜਿਹੜੀਆਂ ਉਹਨਾਂ ਨੂੰ ਘੱਟ ਵੈਕਸੀਨ ਮਿਲ ਰਹੇ ਹੈਗੇ। ਓਵਰਆਲ ਜਿਹੜੀ ਵੈਕਸੀਨੇਸ਼ਨ ਹੈ, ਜਿਹੜੀ ਗੋਰਿਆਂ ਨੂੰ
ਦਿੱਤੀ ਗਈ ਹੈਗੀ ਆ ਉਹ ਕੰਪੈਰੇਟਿਵਲੀ ਤਕਰੀਬਨ 60% 60 ਤੋਂ 62% ਹੈ ਜਿਹੜੇ ਉਹ ਗੋਰੇ ਆ ਤੇ 38% ਹੈ ਜਿਹੜੀਆਂ ਮਾਈਨੋਰਟੀਜ਼ ਆ ਰੇਸ਼ੋ ਵਾਈਜ਼। ਕਹਿਣ ਦਾ ਮਤਲਬ ਇਹ ਆ ਭਈ ਜਿਹੜੀ ਰੋਲ ਆਊਟ ਹੈਗੀ ਆ ਉਹਦੀ ਪਲੈਨਿੰਗ ਜਿੱਦਾਂ ਵੀ ਕੀਤੀ ਗਈ ਹੈਗੀ ਆ ਉਹਦੇ ਵਿੱਚ ਐਡਜਸਟਮੈਂਟ ਕਰਨ ਦੀ ਲੋੜ ਆ। ਅੱਗੇ ਨਾਲੋਂ ਗੌਰਮੈਂਟ ਪ੍ਰੈਸ ਕਰ ਰਹੀ ਹੈਗੀ ਆ। ਔਰ ਹੁਣੇ ਮੈਂ ਨਿਊਜ਼ ਅਪਡੇਟ ਹੋਈ ਹੈਗੀ ਆ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਗੌਰਮੈਂਟ ਆ ਜਿਹੜੀ ਉਹ ਤਕਰੀਬਨ ਫਾਰਮੇਸੀਜ਼ ਆ ਜਿਹੜੀਆਂ ਉਹਨਾਂ ਨੂੰ ਵੀ ਵੈਕਸੀਨ ਹੈ ਜਿਹੜੀ ਪ੍ਰੋਵਾਈਡ ਕਰੂਗੀ ਤਾਂ ਕਿ ਜਿਹੜੇ ਬੰਦੇ ਹਸਪਤਾਲੋਂ ਦੂਰ ਹੈਗੇ ਆ ਜਾਂ ਨਹੀਂ ਬਹੁਤਾ ਜਾ ਸਕਦੇ ਉਹ ਫਾਰਮੇਸੀਜ਼ ਦੇ ਉੱਤੇ ਜਾ ਕੇ ਉੱਥੋਂ ਆਪਣੇ ਵੈਕਸੀਨੇਸ਼ਨ ਵਗੈਰਾ ਲੈ ਸਕਣ। ਔਰ ਇਸ ਦੇ ਨਾਲ ਜਿਹੜਾ ਫਾਇਦਾ ਹੈਗਾ ਆ ਉਹ ਇਹੀ ਆ ਵੀ ਜਿਹੜਾ ਕੋਵਿਡ ਦਾ ਵੇਰੀਐਂਟ ਆ ਰਿਹਾ ਹੈਗਾ ਆ ਦੈਟ ਇਜ਼ ਮੋਰ ਡੇਂਜਰਸ ਕਿਉਂਕਿ ਉਹਦੇ ਨਾਲ ਜ਼ਿਆਦਾ ਬੰਦੇ ਬਿਮਾਰ ਹੁੰਦੇ ਆ। ਬਟ ਐਟ ਦਾ ਸੇਮ ਟਾਈਮ ਉਹਦੇ 'ਚ ਇਹ ਆ ਵੀ ਜੇ ਤੁਸੀਂ ਵੈਕਸੀਨੇਸ਼ਨ ਤੁਹਾਡੇ ਲੱਗੀ ਆ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ ਪਰ ਬਿਮਾਰ ਹੋਣ ਦੀ ਜਿਹੜੀ ਮਿਆਦ ਆ ਉਹ ਘੱਟ ਆ ਕਿਉਂਕਿ ਇਹ ਜਿਹੜਾ ਵੈਕਸੀਨੇਸ਼ਨ ਹੈ ਜਿਹੜੀ ਕੋਈ ਵੀ ਚੀਜ਼ ਹੋਵੇ ਵੈਕਸੀਨੇਸ਼ਨ ਹੈ ਜਿਹੜੀ 100% ਗਾਰੰਟੀ ਤਾਂ ਨਹੀਂ ਹੈ। ਜੋ ਦੀਆਂ ਕੰਪਨੀਆਂ ਜੋ ਦੇ ਵੈਕਸੀਨ ਆ ਜੌਨਸਨ ਐਂਡ ਜੌਨਸਨ ਹੈ ਜਿਹੜੀ ਉਹ ਪਿਛਲੇ ਹਫ਼ਤੇ ਉਹਨਾਂ ਨੇ ਰਿਲੀਜ਼ ਕੀਤਾ ਦੇਅਰ ਸਟੱਡੀ ਕਿ ਉਹਨਾਂ ਦਾ ਜਿਹੜਾ ਵੈਕਸੀਨ ਹੈ ਦੈਟ ਇਜ਼ ਅਬਾਊਟ 66% ਇਫੈਕਟਿਵ। ਪਰ ਉਹਦਾ ਬੈਨੀਫਿਟ ਇਹ ਆ ਵੀ ਉਹ ਇੱਕੋ ਹੀ ਵੈਕਸੀਨ ਲੈਣਾ ਪੈਂਦਾ। ਦੂਜੀਆਂ ਜਿਹੜੀਆਂ ਕੰਪਨੀਆਂ ਹੁਣ ਤੱਕ ਵੈਕਸੀਨ ਆਏ ਹੈਗੇ ਉਹ 2 ਆ। ਪਹਿਲਾਂ ਇੱਕ ਲਓ ਤੋਂ 6 ਹਫ਼ਤੇ ਬਾਅਦ, ਦੂਜਾ 4 ਤੋਂ 6 ਹਫ਼ਤੇ ਬਾਅਦ ਮੇ ਬੀ 4 to 8 ਵੀਕਸ ਦੇ ਵਿੱਚ ਉਹ ਤੁਹਾਨੂੰ ਦੁਬਾਰਾ ਟਾਈਮ ਦਿੰਦੇ ਆ ਵੈਕਸੀਨੇਸ਼ਨ ਵਾਸਤੇ। ਸੋ ਕਹਿਣ ਦਾ ਭਾਵ ਅਰਥ ਆ ਜਿਹੜਾ ਉਹ ਇਹ ਆ ਕਿ ਵੈਕਸੀਨੇਸ਼ਨ ਹੈ ਜਿਹੜੀ ਉਹ ਮਸਟ ਆ। ਮੈਂ ਲਵਾ ਚੁੱਕਾ ਮੇਰੇ ਤਕਰੀਬਨ 2 ਹਫ਼ਤੇ ਹੋ ਗਏ ਜਾਂ ਵੈਕਸੀਨੇਸ਼ਨ ਹੋਈ ਹੈਗੀ ਆ ਔਰ ਯੈਸ ਰਿਐਕਸ਼ਨ ਹੋਇਆ ਮੈਨੂੰ ਜੋ ਕਿ ਚੰਗਾ ਆ। ਰਿਐਕਸ਼ਨ ਹੋਣਾ ਇੱਕ ਚੰਗੀ ਗੱਲ ਆ ਕਿਉਂਕਿ ਪਤਾ ਲੱਗਦਾ ਭਈ ਵੈਕਸੀਨ ਹੈ ਜਿਹੜਾ ਕੰਮ ਕਰ ਰਿਹਾ। ਭਾਵੇਂ ਮੈਂ ਬਿਮਾਰ ਰਿਹਾ ਸੀ, ਬਿਮਾਰ ਰਹਿਣ ਦੇ ਬਾਵਜੂਦ ਜੋ ਕੁਛ ਹੋਇਆ ਹੈਗਾ ਵੈਕਸੀਨ ਹੈ ਜਿਹੜਾ ਉਸ ਦੇ ਨਾਲ ਮੁੜ ਕੇ ਫਿਰ ਮੈਨੂੰ ਬੁਖਾਰ ਚੜ੍ਹਿਆ। ਮੇਰੇ ਵਾਸਤੇ ਜਾਣ ਕੇ ਪਿਆ ਉਸ ਟਾਕਿੰਗ ਟੂ ਸਮ ਪੀਪਲ ਜਿਹੜੇ ਕਿ ਇਸ ਫੀਲਡ ਦੇ ਵਿੱਚ ਹੈਗੇ ਆ ਔਰ ਉਹਨਾਂ ਨੇ ਮੈਨੂੰ ਗੱਲਬਾਤ ਕਰਨ ਤੋਂ ਪਤਾ ਲੱਗਾ ਵੀ ਇਹ ਜਿਹੜੀ ਚੀਜ਼ ਹੈ ਇਹ ਜਿਹੜਾ ਬਿਮਾਰ ਹੋਣਾ ਹੈ ਇਟਸ ਅ ਗੁੱਡ ਸਾਈਨ, ਇਟਸ ਨਾਟ ਅ ਬੈਡ ਸਾਈਨ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਅਰਥ ਇਹ ਹੈ ਕਿ ਵੈਕਸੀਨ ਜਿਉਂ-ਜਿਉਂ ਰੋਲ ਆਊਟ ਹੋ ਰਹੇ ਹੈਗੇ ਆ ਜੇ ਕਿਸੇ ਨੂੰ ਵੀ ਮੇਰੇ ਵੀਰ ਭੈਣ ਨੂੰ ਭਰਾ ਨੂੰ ਸ਼ੰਕਾ ਹੈਗੀ ਆ ਮੈਂ ਵੈਕਸੀਨ ਲੈਣਾ ਜਾਂ ਨਹੀਂ ਲੈਣਾ, ਮੇਰੀ ਜਿਹੜੀ ਪਰਸਨਲ ਰਾਏ ਆ ਉਹ ਇਹ ਆ ਕਿ ਵੈਕਸੀਨ ਜ਼ਰੂਰ ਲਵੋ ਪਰ ਹਾਂ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲਓ ਤੁਸੀਂ ਕਿਉਂਕਿ ਕੁਛ ਇੱਕ ਅੰਡਰਲਾਈਨ ਕੰਡੀਸ਼ਨਸ ਹੁੰਦੀਆਂ ਜਿਹਦੇ ਵਿੱਚ ਕਿ ਉਹ ਵੈਕਸੀਨ ਹੈ ਜਿਹੜਾ ਉਹ ਕਿਹੜੀ ਦਵਾਈ ਲੈਂਦੇ ਆ ਕਿੱਦਾਂ ਲੈਂਦੇ ਆ ਉਹਦੇ ਵਿੱਚ ਹੋ ਸਕਦਾ ਕੋਈ ਫਰਕ ਹੋਵੇ ਕਿਉਂਕਿ ਫਾਈਜ਼ਰ ਵਾਲਿਆਂ ਦਾ ਆ, ਮੋਡਰਨਾ ਵਾਲਿਆਂ ਦਾ, ਹੁਣ ਜੌਨਸਨ ਐਂਡ ਜੌਨਸਨ ਆ ਰਿਹਾ ਹੈਗਾ। ਉਹ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਮੈਂ ਸੁਜੈਸਟ ਕਰਾਂਗਾ ਕਿ ਆਪਣੇ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ। ਔਰ ਉਸ ਦੇ ਨਾਲ ਇੱਕ ਬੜੀ ਹੀ ਦਿਲਚਸਪ ਆਪਣਾ ਕਹਿ ਲਓ ਵੀ ਚੀਜ਼ ਵਾਪਰੀ ਹੈਗੀ ਉਹ ਇਹ ਆ ਕਿ 10 GOP ਸੈਨੇਟਰਸ ਆ ਜਿਹੜੇ ਉਹ ਕੱਲ੍ਹ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਮਿਲੇ ਆ ਰਿਗਾਰਡਿੰਗ ਜਿਹੜਾ ਉਹ ਪੈਕੇਜ ਰਿਲੀਜ਼ ਕੀਤਾ $1.9 ਬਿਲੀਅਨ ਦਾ ਰਿਗਾਰਡਿੰਗ ਦੈਟ। ਉਹਨਾਂ ਨੇ ਉਹ ਪੈਕੇਜ ਹੈ ਜਿਹੜਾ ਉਹ 1/3 ਕੀਤਾ ਹੈਗਾ ਤਕਰੀਬਨ $600 ਬਿਲੀਅਨ ਦਾ। ਔਰ ਜਿਹੜੀ ਡਿਸਕਸ਼ਨ ਹੋਈ ਆ ਡਿਸਕਸ਼ਨ the meeting was supposed to last about an hour ਪਰ that lasted about 2 hours which is a good sign in the sense ਪਈ ਇਹਦਾ ਮਤਲਬ ਇਹ ਆ ਵੀ ਉਹਦੇ ਉੱਤੇ ਜਿਹੜੀ ਵੀ ਗੱਲਬਾਤ ਹੋਈ ਹੈਗੀ ਆ ਉਹ ਜਿੰਨੀ ਕੁ ਡਿਟੇਲ ਲੈ ਕੇ ਜਾਂ ਸੋਚ ਕੇ ਉਹ ਤੁਰੇ ਸੀ ਉਹ ਤੋਂ ਵੱਧ ਹੋਈ ਹੈਗੀ ਆ। ਉਸ ਦੇ ਨਾਲ ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੋਈ ਆ ਉਹਦੇ ਵਿੱਚ ਇਹ ਆ ਵੀ ਡਿਟੇਲਸ ਆ ਜਿਹੜੀਆਂ ਪੈਕੇਜ ਦੀਆਂ ਡਿਸਕਸ ਹੋਈਆਂ। ਸਕੂਲਾਂ ਨੂੰ ਕਿੰਨੇ ਪੈਸੇ ਦੇਣੇ ਆ, ਪਰ ਸਟੂਡੈਂਟ ਕਿੰਨੇ ਪੈਸੇ ਜਾਣੇ ਚਾਹੀਦੇ ਆ, ਸ਼ਹਿਰਾਂ ਨੂੰ ਕਿਹੜਿਆਂ ਨੂੰ ਪੈਸੇ ਦੇਣੇ ਹੈਗਾ ਆ, ਇਹ ਸਭ ਕੁਛ ਆ ਜਿਹੜਾ ਇਹ ਕੀਤਾ ਗਿਆ ਹੈਗਾ ਆ ਇਹਨੂੰ ਡਿਸਕਸ ਕੀਤਾ ਗਿਆ ਹੈ। ਔਰ ਉਸ ਨੂੰ ਡਿਸਕਸ ਕਰਨ ਦਾ ਜਿਹੜਾ ਕਾਰਨ ਆ
ਉਹ ਇਹੀ ਸੀਗਾ ਸੀ ਵੀ ਅਸੀਂ ਜਿਹੜਾ ਹੈਗਾ ਆ ਇਹਨੂੰ ਐਕੁਟੇਬਲੀ ਕਿੱਦਾਂ ਕਰਨਾ ਹੈਗਾ, ਕਿਉਂਕਿ ਜਦੋਂ ਨਾ ਜਿਸ ਸਮੇਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਕਈ ਵਾਰੀ ਤੁਹਾਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਆ ਨਾ ਉਹ ਝਟਕਾ ਦੇਣਾ ਪੈਂਦਾ ਆ। ਇੰਜਣ ਜਾਂ ਗੱਡੀ ਦਾ ਨਾ ਸਟਾਰਟ ਹੁੰਦਾ ਹੋਵੇ, ਤੁਹਾਨੂੰ ਉਹ ਜੰਪਰ ਲਾ ਕੇ ਇੱਕ ਵਾਰੀ ਜੰਪ ਕਰਨਾ ਪੈਂਦਾ ਵੀ ਗੱਡੀ ਤੁਰੇ, ਜਾਂ ਗੱਡੀ ਤੁਰ ਪਈ ਫਿਰ ਗੱਡੀ ਤੁਰੀ ਜਾਂਦੀ ਹੈਗੀ। ਸੋ ਸੇਮ ਚੀਜ਼ ਇੱਥੇ ਹੋ ਰਹੀ ਹੈਗੀ ਆ ਕਿ ਜਿਹੜਾ ਵਾਇਰਸ ਆ, ਵਾਇਰਸ ਨੇ ਇਕਾਨਮੀ ਆ ਜਿਹੜੀ ਉਹਨੂੰ ਇੰਨਾ ਕੁ ਡੈਮੇਜ ਕੀਤਾ ਆ ਕਿ ਇਕਾਨਮੀ ਨੂੰ ਰੀਸਟਾਰਟ ਕਰਨ ਵਾਸਤੇ ਕੁਛ ਇੱਕ ਕੰਮ ਆ ਜਿਹੜੇ ਉਹ ਕਰਨ ਦੀ ਲੋੜ ਹੁੰਦੀ ਆ। ਉਹਦੇ ਵਿੱਚ ਸਟਿਮੂਲਸ ਪੈਕੇਜਸ ਵਨ ਹੁੰਦਾ। ਔਰ ਇਹਦੇ ਨਾਲ ਹੀ ਜਿਹੜੀਆਂ ਇੱਕ ਹੋਰ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੋਈ ਹੈਗੀ ਆ ਉਹ ਇਹ ਆ ਕਿ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਡਾਕਾ ਆ ਜਿਹੜਾ, it is a deferred action against children arrival, something like that, childhood arrival. ਉਹ ਟਰੰਪ ਨੇ ਸਸਪੈਂਡ ਕਰਤਾ ਸੀਗਾ ਸੀ, ਸੁਪਰੀਮ ਕੋਰਟ ਨੂੰ ਭੇਜਿਆ, ਸੁਪਰੀਮ ਕੋਰਟ ਨੇ ਟਰੰਪ ਦਾ ਕੇਸ ਹੈ ਜਿਹੜਾ ਉਹ ਰਿਜੈਕਟ ਕਰਤਾ ਸੀ। ਜੋ ਬਾਈਡਨ ਨੇ ਹੁਣ ਇੱਕ ਪ੍ਰਪੋਜ਼ਲ ਹੈ ਜਿਹੜੀ ਉਹ ਕਾਂਗਰਸ ਨੂੰ ਭੇਜੀ ਆ, ਜਿਹਦਾ ਮਤਲਬ ਇਹ ਆ ਉਹ ਪ੍ਰਪੋਜ਼ਲ ਹੈ ਜਿਹੜੀ ਉਹ ਹਾਊਸ ਆਫ ਰਿਪਰੈਜ਼ੈਂਟੇਟਿਵਸ ਤੇ ਸੈਨੇਟਰਸ ਨੂੰ ਗਈ ਹੈਗੀ ਆ, ਜਿਹਦੇ ਵਿੱਚ ਉਹਨੇ ਪ੍ਰਪੋਜ਼ ਕੀਤਾ ਆ 8 ਸਾਲਾਂ ਦੀ ਸਿਟੀਜ਼ਨਸ਼ਿਪ ਟੂ ਦੋਜ਼ ਕਿਡਸ, ਜਿਹੜੇ ਛੋਟੇ ਹੁੰਦੇ ਨਿਆਣੇ ਆਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋਇਆ, ਸਾਰਾ ਕੁਛ ਵਾਟ ਐਵਰ ਇਟ ਇਜ਼। ਸੋ ਕਹਿਣ ਦਾ ਭਾਵ ਅਰਥ ਇਹ ਆ ਕਿ ਜੋ ਬਾਈਡਨ ਘੱਟੋ ਘੱਟ ਕਿਸੇ ਤਰੀਕੇ ਨਾਲ ਇਸ ਵੇਲੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਕਿੰਨੇ ਕਾਮਯਾਬ ਹੁੰਦੇ ਆ ਮੈਨੂੰ ਨਹੀਂ ਪਤਾ, ਔਰ ਜਿਉਂ-ਜਿਉਂ ਉਹ ਕਾਮਯਾਬ ਹੋਣਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿੱਥੇ ਨਾ ਕਾਮਯਾਬੀਆਂ ਹੋਣਗੀਆਂ ਉਹ ਵੀ ਸ਼ੇਅਰ ਕਰਾਂਗੇ। ਔਰ ਇਸ ਦੇ ਨਾਲ ਇੱਕ ਦੂਜੇ ਪਾਸੇ ਇਹ ਹੋਇਆ ਹੈਗਾ ਆ ਕਿ ਜੋ ਆਊਟਗੋਇੰਗ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀ ਜਿਹੜੀ ਟੀਮ ਸੀਗੀ ਸੀ, ਉਹਨਾਂ ਦੀ ਟੀਮ ਦੇ ਜਿਹੜੇ 7 ਵਕੀਲ ਸੀ, ਜਿਹੜੇ ਟੌਪ ਦੇ ਵਕੀਲ ਸੀ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਪਿਛਲੇ ਹਫ਼ਤੇ। ਉਹਦਾ ਕਾਰਨ ਹੈ ਜਿਹੜਾ ਉਹ ਇਹ ਆ ਕਿ ਪ੍ਰੈਜ਼ੀਡੈਂਟ ਟਰੰਪ ਇਜ਼ ਸਟਿਲ ਇਨਸਿਸਟਿੰਗ ਕਿ ਇਟ ਵਾਜ਼ ਏ ਇਲੈਕਟੋਰਲ ਫਰਾਡ, ਤੇ ਉਹ ਕਹਿੰਦੇ ਵੀ ਇਲੈਕਟੋਰਲ ਫਰਾਡ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿਉਂਕਿ ਇਟ ਨੈਵਰ ਹੈਪਨਡ। ਹੁਣ ਮੈਂ ਤੁਹਾਡੇ ਨਾਲ ਨਾ ਥੋੜ੍ਹਾ ਜਿਹਾ, ਕਿਉਂਕਿ ਮੈਨੂੰ ਪਤਾ ਮੇਰਾ ਸ਼ੋਅ ਆ ਜਿਹੜਾ ਰਿਪਬਲਿਕਨ ਵੀ ਦੇਖਦੇ ਆ, ਰਿਪਬਲਿਕਨ ਹੈ ਜਿਹੜੇ ਦੇ ਵਾਚ ਮੋਰ ਫੌਕਸ ਨਿਊਜ਼ ਵਿਚ ਆਈ ਡੋਂਟ। ਉਹ ਗੱਲ ਜੁਦੀ ਆ ਵੀ ਮੈਂ ਨਿਊਜ਼ਪੇਪਰ ਜਿਹਦੇ ਪੜ੍ਹਦਾ, ਤੇ ਇੱਕ ਸਿੰਪਲ ਜੀ ਚੀਜ਼ ਹੈ ਕਿ ਜੇ ਵੋਟਰ ਫਰਾਡ ਹੋਇਆ ਤਾਂ ਹਾਊ ਕਮ Republicans they gained the seats in the house? ਇਹ ਬੜੀ ਇੰਟਰਸਟਿੰਗ ਚੀਜ਼ ਆ ਕਿ ਇੱਕ ਪਾਸੇ ਉਹ ਇਹ ਕਹਿ ਰਹੇ ਆ ਕਿ ਵੋਟਰ ਫਰਾਡ ਹੋਇਆ ਜਿਹਦੇ ਕਰਕੇ ਵੋਟਾਂ ਆ ਜਿਹੜੀਆਂ ਉਹ ਟਰੰਪ ਨੂੰ ਨਹੀਂ ਪਈਆਂ, ਬਾਈਡਨ ਨੂੰ ਪਈਆਂ, ਔਰ ਬਾਈਡਨ ਹੈ ਜਿਹੜਾ ਉਹ ਜਿੱਤ ਗਿਆ। ਪਰ ਉਸ ਦੇ ਨਾਲ ਉਹ ਇਸ ਚੀਜ਼ ਤੋਂ ਮੁਨਕਰ ਆ ਕਿ ਹਾਊਸ ਦੇ ਵਿੱਚ ਮੈਜੋਰਟੀ ਆ ਜਿਹੜੀ ਭਾਵੇਂ ਡੈਮੋਕ੍ਰੈਟਸ ਦੀ ਇਸ ਵੇਲੇ, ਪਰ ਜਦੋਂ ਇਲੈਕਸ਼ਨ ਦੇ ਜਾਣਾ ਸੀ ਉਸ ਨਾਲੋਂ ਹੋਣੇ ਆ ਜਿਹੜੇ Republican, there are more Republicans in the House than in the previous House. ਉਹ ਜਿਹੜੇ ਜਿੱਤੇ ਆ, ਜੇ ਵੋਟਰ ਫਰਾਡ ਹੋਇਆ ਤਾਂ ਉਹ ਐਕਸਟਰਾ ਕਿੱਦਾਂ ਸੀਟਾਂ ਜਿੱਤ ਗਏ ਉਹ? ਜੇ ਵੋਟਰ ਫਰਾਡ ਹੋਇਆ ਤਾਂ ਸੈਨੇਟ ਹੈ ਜਿਹੜੀ ਕਿ ਡੈਮੋਕ੍ਰੈਟਸ, ਇਟ ਵਾਸ ਬੀਇੰਗ ਪ੍ਰੈਡਿਕਟਡ ਕਿ ਦੇ may take about 54-55 Senate seats. They are at 50-50. ਔਰ ਉਹ ਵੀ ਜਾਰਜੀਆ ਦੇ ਵਿੱਚ ਇਲੈਕਸ਼ਨ ਹੈ ਜਿਹੜੀ ਉਹ ਦੋਨੋਂ ਸੈਨੇਟਰ ਜਿੱਤੇ ਆ ਤਾਂ ਹੋਇਆ। ਔਰ ਜਾਰਜੀਆ ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਰਿਪਬਲਿਕਨ ਆ, ਗਵਰਨਰ ਰਿਪਬਲਿਕਨ ਆ, ਜਿਹੜੀ ਹੋਲ ਮਸ਼ੀਨਰੀ ਇਜ਼ ਰਿਪਬਲਿਕਨ। ਜਾਰਜੀਆ ਸਟੇਟ ਇਟਸੈਲਫ ਇਜ਼ ਏ ਰਿਪਬਲਿਕਨ ਡੋਮੀਨੇਟਡ ਸਟੇਟ। ਔਰ ਉੱਥੇ ਦੋਨਾਂ ਨੇ, ਗਵਰਨਰ ਨੇ ਵੀ ਔਰ ਸੈਕਟਰੀ ਆਫ ਸਟੇਟ ਨੇ ਵੀ ਇਹ ਸਟੇਟਮੈਂਟ ਦਿੱਤੀ ਹੈਗੀ ਆ ਕਿ ਕੋਈ ਵੋਟਰ ਫਰਾਡ ਨਹੀਂ ਹੋਇਆ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਤੁਸੀਂ ਬਾਹਰ ਸਟੇਜ ਦੇ ਉੱਤੇ ਪਬਲਿਕ ਦੇ ਵਿੱਚ ਖੜ੍ਹਦੇ ਆ, ਜਿਵੇਂ ਕਿ ਨਿਊਯਾਰਕ ਸਿਟੀ ਦਾ ਮੇਅਰ ਜੋ ਕਿ ਡੋਨਲਡ ਟਰੰਪ ਦਾ ਪਰਸਨਲ ਅਟਰਨੀ ਵੀ ਸੀਗਾ ਸੀ, ਇੱਕ ਲਾਨ ਮੋਵਰ ਕੰਪਨੀ ਦੇ ਸਾਹਮਣੇ ਪਿੱਛੇ ਬੈਨਰ ਲਾ ਕੇ ਤਾਂ ਸਟੇਟਮੈਂਟ ਦੇਤੀ ਜੀ ਵੋਟਰ ਫਰਾਡ ਹੋਇਆ। ਪਰ ਜਦ ਅੰਦਰ ਕੋਰਟ ਦੇ ਵਿੱਚ ਜਾ ਕੇ ਡਾਕੂਮੈਂਟ ਦਿੱਤੇ, ਉਹਦੇ ਵਿੱਚ ਇੱਕ ਵਾਰੀ ਵੀ ਮੈਂਸ਼ਨ ਨਹੀਂ ਕੀਤਾ ਗਿਆ ਵੀ ਹਾਂ ਵੀ ਕੋਈ ਵੋਟਰ ਫਰਾਡ ਹੋਇਆ ਹੈਗਾ, ਜਾਂ ਕੋਈ ਕਿਤੇ ਪ੍ਰੂਵ ਕੀਤਾ ਹੋਵੇ ਵੀ ਆਹ ਵੋਟ ਹੈ ਜਿਹੜੀ ਗਲਤ ਪਈ ਹੈਗੀ ਆ। ਨੋ, ਕਿਉਂਕਿ ਕੋਰਟ ਦੇ ਵਿੱਚ ਹਰ ਚੀਜ਼ ਆ ਜਿਹੜੀ ਉਹ ਤੱਥਾਂ ਦੇ ਬੇਸ ਦੇ ਉੱਤੇ ਹੋਣੀ।
तकरीबन 50 केस किए गए और 50 ਦੇ 50 तकरीबन ਉਹ ਲੂਜ਼ ਕੀਤੇ ਪਰ ਫਿਰ ਵੀ ਇੱਕ ਜਿਹੜਾ ਨਾ ਉਹ ਕ੍ਰੀਏਟ ਕੀਤਾ ਆ ਨੋਸ਼ਨ ਵੀ ਟਰੰਪ ਇਜ਼ ਸੁਪਰੀਮ ਹੀ ਕੈਨਟ ਲੂਜ਼ ਉਹ ਜਿਹੜੀ ਚੀਜ਼ ਹੈਗੀ ਆ ਕਿਉਂਕਿ ਜਦੋਂ ਇਦਾਂ ਦਾ ਕੋਈ ਘਟਨਾ ਵਾਪਰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਕੁਛ ਜਿਹੜਾ ਹੁੰਦਾ ਆ ਉਹ ਨਹੀਂ ਹਜਮ ਹੁੰਦਾ ਪਰ ਉਹ ਕਰਨਾ ਪੈਂਦਾ ਰਿਐਲਿਟੀ ਇਜ਼ ਕਿ ਟਰੰਪ ਲੌਸ ਦੀ ਇਲੈਕਸ਼ਨ ਮਿਚ ਮਕਾਨ ਲਿਆ ਜਿਹੜਾ ਉਸ ਦੀਆਂ ਹੁਣ ਸਟੇਟਮੈਂਟਸ ਆਉਣੀਆਂ ਸ਼ੁਰੂ ਹੋ ਗਈਆਂ ਓਪਨਲੀ ਟੂ ਸਪੋਰਟ ਦੋਜ਼ ਪੀਪਲ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਇਸ ਚੀਜ਼ ਨੂੰ ਸਪੋਰਟ ਕੀਤਾ ਸੀ ਕਿ ਇਲੈਕਸ਼ਨ ਫਰਾਡ ਕੋਈ ਨਹੀਂ ਹੋਇਆ ਔਰ ਜੋ ਬਾਈਡਨ ਹੈ ਜਿਹੜਾ ਉਹ ਜਿੱਤਿਆ ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਹੁਣ ਟਰੰਪ ਦੀ ਇੰਪੀਚਮੈਂਟ ਅਗਲੇ ਹਫ਼ਤੇ ਸ਼ੁਰੂ ਹੋ ਜਾਣੀ ਹੈਗੀ ਆ ਸੋ ਕਿੱਦਾਂ ਕਿੱਥੇ ਨੂੰ ਜਾਂਦੀਆਂ ਹੈਗੀਆਂ ਕੀ ਹੁੰਦਾ ਆ ਆਈ ਡੋਂਟ ਨੋ ਯੈਟ ਪਰ ਇੱਕ ਚੀਜ਼ ਪੱਕੀ ਹੈਗੀ ਆ ਕਿ ਇਸ ਮੁਲਕ ਦੇ ਵਿੱਚ ਮੁੜ ਕੇ ਡੈਮੋਕ੍ਰੈਟਿਕ ਸੈਟਅਪ ਤੇ ਡੈਮੋਕ੍ਰੈਟਿਕ ਸੁਸਾਇਟੀ ਔਰ ਰੂਲ ਆਫ ਲਾ ਆ ਜਿਹੜਾ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਔਰ ਜਿੰਨਾ ਚਿਰ ਰੂਲ ਆਫ ਲਾ ਨਹੀਂ ਹੁੰਦਾ ਉਨਾ ਚਿਰ ਇਹ ਖਤਰਾ ਆ ਨਾਟ ਓਨਲੀ ਟੂ ਦ ਕੰਟਰੀ ਬਟ ਟੂ ਯੂ ਐਂਡ ਮੀ ਆਲਸੋ ਜਿਹੜਾ ਕੈਪੀਟਲ ਦੇ ਉੱਤੇ ਜਿਹੜਾ ਅਟੈਕ ਹੋਇਆ ਉਹ ਜਗ੍ਹਾ ਆ ਕਿ ਜਿੱਥੇ ਕਦੀ ਕੋਈ ਪੁਲਿਸ ਵਾਲੇ ਆ ਜਿਹੜੇ ਇਹ 'ਚ ਕੋਈ ਸ਼ੱਕ ਨਹੀਂ ਉੱਥੇ ਆਲੇ ਦੁਆਲੇ ਸਿਕਿਉਰਿਟੀ ਹੁੰਦੀ ਸੀ ਪਰ ਤੁਸੀਂ ਕੈਪੀਟਲ ਸਟੈਪਸ ਤੱਕ ਜਾਂਦੇ ਤੁਹਾਨੂੰ ਕੋਈ ਨਹੀਂ ਸੀ ਰੋਕਦਾ ਹੁੰਦਾ ਕੋਈ ਨਹੀਂ ਸੀ ਪੁੱਛਦਾ ਹੁੰਦਾ ਔਰ ਅੱਜ ਦੀ ਡੇਟ ਦੇ ਵਿੱਚ ਉੱਥੇ ਸਿਕਿਉਰਿਟੀ ਆ ਜਿਹੜੀ ਉਹ ਇੰਨੀ ਕੁ ਟਾਈਟ ਕੀਤੀ ਹੋਈ ਆ ਕਿਉਂਕਿ ਇੱਥੋਂ ਦੇ ਜਿਹੜੇ ਐਕਸਟ੍ਰੀਮ ਰਾਈਟ ਗਰੁੱਪਸ ਹੈਗੇ ਆ ਦੇ ਆਰ ਐਡਾਮੈਂਟ ਅਬਾਊਟ ਇਟ ਐਂਡ ਦੇ ਆਰ ਡਿਟਰਮਿੰਡ ਕਿ ਅਸੀਂ ਇਸ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈਗਾ ਕੈਪੀਟਲ ਲੈ ਲੈਗੀ ਆ ਇਨ ਵਨ ਵੇ ਔਰ ਦੀ ਅਦਰ ਅਸੀਂ ਇਹਨੂੰ ਡੈਮੇਜ ਕਰਨਾ ਆਲਰੇਡੀ ਡੈਮੇਜ ਬਹੁਤ ਹੋ ਚੁੱਕਾ ਹੈ ਔਰ ਹੋਰ ਡੈਮੇਜ ਹੈ ਜਿਹੜਾ ਹੋ ਸਕਦਾ ਅਨਲੈਸ Mitch McConnell, who is a minority leader in Senate right now, he is a shrewd politician. मैं पहले दिन ये गल कहना भई I don't like him, but I love him. कारण ये आ कि ਉਹ ਆਪਣੀਆਂ ਪਾਲਿਸੀ ਜਿਹੜੀਆਂ ਹੈਗੀਆਂ ਕਿੱਦਾਂ ਉਹਨਾਂ ਨੂੰ ਇੰਪਲੀਮੈਂਟ ਕਰਨਾ he knows that and he does the job the way it should be done. That's why I love him. But I don't like him ਕਿਉਂਕਿ ਉਹ ਜਿਹੜੀਆਂ ਪਾਲਿਸੀਜ਼ ਆ ਜਿਹੜੀਆਂ those are anti immigrants and anti-minorities, and we are the immigrants and we need to take care of those things. Having said that, with that note, till next time, good night and good luck.